ਗੁਰਮੁਖ ਹੁਕਮ ਮੰਨੇ ਸਹਿ ਕੀਰਾ, ਹੁਕਮੇ ਹੀ ਸੁਖ ਪਾਏ। ਹੁਕਮੋ ਸੇਵੇ ਹੁਕਮ ਆਰਾਧੇ, ਹੁਕਮੇ ਸਮੈ ਸਮਾਏ। ਹੁਕਮ ਵਰਤ ਨੇਮ ਸੁਚ ਸੰਜਮ, ਮਨ ਚਿੰਦਿਆ ਫਲ ਪਾਏ। ਸਦਾ ਸੁਹਾਗਣ ਜੇ ਹੁਕਮੈ ਬੁਝੈ, ਸਤਿਗੁਰ ਸੇਵੈ ਲਿਵ ਲਾਏ। ਨਾਨਕ ਕਿਰਪਾ ਕਰੇ ਜਿਨ ਉਪਰ, ਤਿਨਾ ਹੁਕਮੇ ਲਏ ਮਿਲਾਏ। ਗੁਰ ਤੇਗ ਬਹਾਦਰ ਸਿਮਰਿਐ, ਘਰ ਨਾਉ ਨਿਤ ਆਵੈ ਧਾਏ। ਸਭ ਥਾਈ ਹੋਏ ਸਹਾਏ, ਸਭ ਥਾਈ ਹੋਏ ਸਹਾਏ। ਗੁਰ ਤੇਗ ਬਹਾਦਰ ਸਿਮਰਿਐ, ਘਰ ਨਾਉ ਨਿਤ ਆਵੈ ਧਾਏ। ਸਭ ਥਾਈ ਹੋਏ ਸਹਾਏ, ਸਭ ਥਾਈ ਹੋਏ ਸਹਾਏ। ਰਾਜਾ ਨਾ ਰਾਜ, ਪਾਨਾ ਨ ਪਾਨ, ਦੇਵ ਨ ਦੇਵ। ਉਪਮਾ ਮਹਾਨ ਚਵਰ ਛਤਰ ਤਖਤ ਦੇ ਮਾਲਕ, ਜੁਗੋ ਜੁਗ ਅਟਲ। ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਜੀ ਦੀ ਕਿਰਪਾ ਦੇ ਨਾਲ, ਜੋ ਇਸ ਸਮੇਂ ਗੁਰੂ ਸਾਹਿਬ ਨੇ ਕਿਰਪਾ ਕਰਕੇ ਆਪਣੇ ਚਰਨ ਕਮਲਾਂ ਨਾਲ ਜੋੜਿਆ ਹੈ। ਆਓ ਗੁਰੂ ਕੀ ਪਿਆਰੀ ਸਾਧ ਸੰਗਤ ਜੀਓ, ਸੁਰਤ ਟਿਕਾਈਏ ਗੁਰਦੇਵ ਦੇ ਚਰਨਾਂ ਦੇ ਵਿੱਚ। ਕਰੋ ਕਿਰਪਾ ਗੁਰੂ ਸਾਹਿਬ, ਸਹਿਰ ਮਹਿਰ ਭਰੇ ਹੱਥ ਧਰ ਕੇ ਆਪਣੇ ਬਚਨਾਂ ਦੀ ਵਿਚਾਰ ਆਪ ਵਰਤ ਕੇ ਕਰਵਾ ਲਓ। ਗੁਰੂ ਕੀ ਪਿਆਰੀ ਸਾਧ ਸੰਗਤ ਜੀਓ, ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀਓ ਮਹਾਰਾਜ। ਸਤਿਗੁਰੂ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਅੱਜ ਬਚਨ ਕਰਦੇ ਨੇ, ਕਹਿਣ ਲੱਗੇ ਸਿੱਖੋ ਸੰਗਤੋ, ਗੁਰੂ ਤੇਗ ਬਹਾਦਰ ਨੂੰ ਸਿਮਰੋ, ਜਿਨ੍ਹਾਂ ਨੂੰ ਸਿਮਰਨ ਦੇ ਨਾਲ ਤਤਕਾਲ ਤੇਰੀ ਸਹਾਇਤਾ ਕਰੇਗਾ। ਤੇਰੇ ਗ੍ਰਹਿ ਵਿਖੇ ਕਿਸੇ ਵੀ ਚੀਜ਼ ਦੀ ਕਮੀ ਨਾ ਰਵੇ। ਸਿਮਰ ਖਾਂ ਗੁਰੂ ਤੇਗ ਬਹਾਦਰ ਸਾਹਿਬ ਨੂੰ, ਜਿਨ੍ਹਾਂ ਤੇ ਛੀਆਂ ਮਸੰਦ ਧੀਰ ਮਲੀਆ ਹਨ, ਆਪ ਦੇ ਹੀ ਗੋਲੀ ਵੀ ਚਲਾਉਂਦੇ ਨੇ, ਪਰ ਫੇਰ ਵੀ ਆਹ ਮਾਲਕ ਕਹਿੰਦਾ ਹੈ ਧੀਰ ਮਲ, ਰੱਬ ਤੇਰਾ ਭਲਾ ਕਰੇ। ਗੁਰੂ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਜੀਓ ਮਹਾਰਾਜ ਅੰਮ੍ਰਿਤਸਰ ਨੂੰ ਆਏ ਵੀ ਆਪਣੇ ਪਿਤਾ ਜੀ ਸਾਡੇ ਮੁੱਢਲੇ ਗੁਰੂ ਜੀ, ਉੱਥੇ ਜਾ ਕੇ ਉਹਨਾਂ ਦੇ ਸਥਾਨ ਤੇ ਦਰਸ਼ਨ ਕੀਤੇ ਜਾਣ। ਮੱਖਣ ਸ਼ਾਹ ਨਾਲ ਹੈ, ਹੋਰ ਸਿੱਖ ਸੰਗਤਾਂ ਨੇ ਹਰਿਮੰਦਰ ਸਾਹਿਬ
ਪਹੁੰਚਣ ਵਾਲੇ ਸਨ। ਇੱਥੇ ਜਿਹੜੀ ਪ੍ਰਿਥੀ ਚੰਦ ਦੀ ਔਲਾਦ ਹੈ, ਆ ਮੀਣੇ ਸਨ ਅਤੇ ਹੋਰ ਮਸੰਦ, ਉਹਨਾਂ ਨੇ ਦਰਬਾਰ ਸਾਹਿਬ ਦੇ ਦਰਵਾਜ਼ੇ ਬੰਦ ਕਰਕੇ ਉੱਥੇ ਤਾਲੇ ਲਾ ਦਿੱਤੇ ਵੀ ਤੇਗ ਬਹਾਦਰ ਨੂੰ ਦਰਬਾਰ ਸਾਹਿਬ ਅੰਦਰ ਆਉਣ ਨਹੀਂ ਦੇਣਾ। ਗੁਰੂ ਸਾਹਿਬ ਆਏ, ਜਿੱਥੇ ਆਪਾਂ ਤੱਕਦੇ ਹਾਂ, ਜਿੱਥੇ ਅਕਾਲ ਤਖਤ ਹੈ, ਹਰਿਮੰਦਰ ਸਾਹਿਬ ਸਰੋਵਰ ਦੇ ਵਿਚਕਾਰ ਜੋ ਅਕਾਲ ਤਖਤ ਹੈ, ਉਹ ਹਰਿਮੰਦਰ ਸਾਹਿਬ ਦੇ ਬਿਲਕੁਲ ਹੀ ਸਾਹਮਣੇ ਹੈ। ਗੁਰੂ ਸਾਹਿਬ ਆਏ, ਦਰਵਾਜ਼ੇ ਬੰਦ ਸਨ। ਕਾਰਨ ਪੁੱਛਿਆ ਗਿਆ, ਕੀ ਹੋਇਆ? ਗੁਰੂ ਜੀ, ਈਰਖਾਵਾਦੀਆਂ ਨੇ ਤਾਲੇ ਲਾ ਦਿੱਤੇ ਨੇ ਵੀ ਦਰਸ਼ਨ ਨਾ ਕਰ ਸਕੀਏ। ਉਸ ਅਕਾਲ ਤਖਤ ਦੇ ਨਾਲ ਹੀ ਇੱਕ ਥੜਾ ਹੈ, ਜੇ ਦਰਸ਼ਨ ਕੀਤੇ ਵਡਭਾਗੇ, ਜੇ ਹੁਣ ਤੱਕ ਨਹੀਂ ਕੀਤੇ ਹਨ ਸੋ ਧਿਆਨ ਰੱਖਿਓ, ਅਕਾਲ ਤਖਤ ਦੇ ਨਾਲ ਜੋ ਥੜਾ ਹੈ ਉੱਥੇ ਦਰਸ਼ਨ ਜ਼ਰੂਰ ਕਰਿਓ। ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਉੱਥੇ ਵਿਰਾਜਮਾਨ ਹੁੰਦੇ ਨੇ, ਡੀਕਦੇ ਨੇ ਵੀ ਚਲੋ ਕੋਈ ਆਏਗਾ, ਕਿਵਾੜ ਖੋਲ੍ਹੇਗਾ, ਦਰਸ਼ਨ ਕਰਾਂਗੇ। ਨਹੀਂ ਆਇਆ ਕੋਈ। ਗੁਰੂ ਸਾਹਿਬ ਮੱਖਣ ਸ਼ਾਹ ਲਬਾਣੇ ਨੂੰ ਉੱਥੇ ਬਿਠਾ ਕੇ ਜੋ ਭੇਟਾ ਸੀ, ਗੁਰਦੇਵ ਕਹਿਣ ਲੱਗੇ, ਮੱਖਣ ਸ਼ਾਹ ਇੱਥੇ ਬੈਠ, ਜਦੋਂ ਆਉਣਗੇ ਆ ਭੇਟਾ ਦਰਬਾਰ ਦੇ ਅੰਦਰ ਭੇਟ ਕਰਕੇ ਮੱਥਾ ਟੇਕ ਦੇ। ਗੁਰਦੇਵ ਇੱਥੋਂ ਚੱਲੇ, ਪਿੰਡ ਵੱਲੇ 'ਚ ਗਏ ਨੇ। ਉੱਥੇ ਸੰਗਤਾਂ ਨੇ ਤਨ ਮਨ ਨਾਲ ਬੜੀ ਹੀ ਸੇਵਾ ਕੀਤੀ। ਉੱਥੋਂ ਦੇ ਮਾਈਆਂ ਨੇ ਸੇਵਾ ਬਹੁਤ ਹੀ ਕੀਤੀ, ਬਖਸ਼ਿਸ਼ਾਂ ਕੀਤੀਆਂ। ਗੁਰੂ ਤੇਗ ਬਹਾਦਰ ਸਾਹਿਬ ਨੇ ਵੱਲਾ ਗੁਰੂ ਕਾ ਗੱਲਾ, ਇੱਥੇ ਹੀ ਬਚਨ ਸਨ ਮਾਈਆਂ ਰੱਬ ਰਜਾਈਆਂ। ਹੁਣ ਸਮੇਂ ਬੀਤਦੇ ਦੇ ਅਨੁਕੂਲ ਗੁਰਦੇਵ ਜੀ ਧਮਧਾਨ ਸਾਹਿਬ ਆਉਂਦੇ ਨੇ। ਆਪ ਜੀ ਨੇ ਦਰਸ਼ਨ ਕੀਤੇ ਹੋਣਗੇ ਧਮਧਾਨ ਸਾਹਿਬ ਹਰਿਆਣੇ ਵਿੱਚ। ਇੱਥੇ ਗੁਰੂ ਸਾਹਿਬ ਜੀ ਕੁਝ ਸਮਾਂ ਟਿਕੇ, ਪਰਿਵਾਰ ਵੀ ਨਾਲ ਹੈ। ਧੰਨ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਾ ਚਰਨਾਂ ਦਾ ਸੇਵਾ ਕਰਦਾ ਹੋਇਆ ਇੱਕ ਸਿੱਖ ਹੈ, ਉਸ ਦਾ ਨਾਮ ਹੈ ਰਾਮਦੇਵ। ਇਹ ਸਿੱਖ ਦੀ ਸੇਵਾ ਬੜੀ ਹੈ। ਜਦੋਂ ਪੁਰਾਤਨ ਸਿੱਖਾਂ ਦੀ ਸੇਵਾ ਉਹਨਾਂ ਬਾਰੇ ਪੜ੍ਹੀਦਾ ਹੈ, ਗ੍ਰੰਥਾਂ ਵਿੱਚ ਜਾਂ ਸੁਣੀਦਾ ਹੈ, ਉਹਨਾਂ ਨੂੰ ਸੁਣ ਕੇ ਲੱਗਦਾ ਹੈ ਹੁਣ ਤੱਕ ਅਸੀਂ ਕੱਖ ਨਹੀਂ ਕੀਤਾ ਸੇਵਾ ਦਾ। ਬਿਲਕੁਲ ਸੱਚ ਹੈ। ਹੁਣ ਰਾਮਦੇਵ ਦੀ ਸੇਵਾ ਕੀ ਹੈ? ਇਸ ਦੀ ਸੇਵਾ ਹੈ, ਕਿਉਂਕਿ ਤਪਸ਼ ਦਾ ਇਲਾਕਾ, ਰੇਤਲਾ ਇਲਾਕਾ, ਤੇ ਰਾਮਦੇਵ ਕੀ ਕਰਦਾ ਹੈ? ਸਿਰ ਤੇ ਚੁੱਕੀ ਗਾਗਰ, ਆ ਸੇਵਾ ਲੈ ਲਈ ਤੇ ਦੇਖਿਆ ਕਦੇ ਨਹੀਂ ਦਿਨ ਨਾ ਰਾਤ। ਪਹਿਲਾਂ ਗੁਰੂ ਘਰ ਦੇ ਲੰਗਰਾਂ ਦੀ ਗਾਗਰਾਂ ਭਰਦੇ ਨੇ, ਜਦੋਂ ਪਾਣੀ ਵਾਲੀ ਥੋੜ ਇੱਥੇ ਪੂਰੀ ਹੋ ਜਾਂਦੀ ਹੈ, ਸਾਰੇ ਭਾਂਡੇ ਭਰ ਕੇ, ਲੰਗਰ ਦੇ ਭਾਂਡੇ ਭਰ ਕੇ, ਉਸ ਤੋਂ ਬਾਅਦ ਰਾਮਦੇਵ ਜੀ ਉਸ ਗਾਗਰ ਨੂੰ ਲੈ ਕੇ ਭਰ ਭਰ ਕੇ ਪਾਣੀ, ਜਿੱਥੇ ਸੰਗਤਾਂ ਨੇ ਬਹਿਣਾ ਹੈ, ਜਿੱਥੇ ਸਥਾਨ ਹੈ, ਉੱਥੇ ਭਾਈ ਰਾਮਦੇਵ ਜੀ ਪਾਣੀ ਦਾ ਛਿੜਕਾਅ ਕਰਦੇ ਨੇ। ਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਬੜੇ ਪ੍ਰਸੰਨ ਨੇ, ਕਹਿਣ ਲੱਗੇ, ਰਾਮਦੇਵ ਤੂੰ ਠੰਡ ਪਾਈ ਹੈ, ਤੂੰ ਰਾਮਦੇਵ ਨਹੀਂ, ਤੂੰ ਸਾਡਾ ਮੀਆਂ ਹੈ। ਮੀਆਂ ਤੂੰ ਮੀਂਹ ਪਵਾਇਆ ਹੈ, ਕਿਉਂਕਿ ਉੱਡਦੀ ਰੇਤ ਇੱਥੇ ਹੁਣ ਭਾਈ ਰਾਮਦੇਵ ਜੀ ਛਿੜਕਾਅ ਕਰਕੇ
ਇੰਜ ਪ੍ਰਤੀਤ ਕਰਾ ਦਿੰਦੇ ਸਨ ਗੁਰਦੇਵ ਜਿਵੇਂ ਮੀਂਹ ਪਿਆ ਹੋਵੇ। ਸਿੱਖ ਨੇ ਸਰੀਰ ਵੱਲ ਨਾ ਤੱਕਿਆ, ਹੁਣ ਤਨ ਦੀ ਸੇਵਾ ਕੀ ਹੈ। ਜਦੋਂ ਤਨ ਦੀ ਸੇਵਾ ਕਰਦੇ ਨੇ, ਇੰਜ ਨਹੀਂ ਵੀ ਮੈਂ ਇੱਥੇ ਤਵੀ ਚੱਕੂੰਗਾ ਜਾਂ ਦੇਗ ਚੱਕੂੰਗਾ, ਮੇਰੇ ਚਿੱਟੇ ਬਸਤਰ ਕਾਲੇ ਹੋ ਜਾਣਗੇ। ਅਸਲ ਵਿੱਚ ਜਦੋਂ ਆ ਬਸਤਰ ਕਾਲੇ ਹੋਣਗੇ ਪਿਆਰੇ, ਅੰਦਰ ਦੀ ਮੈਲ ਜਿਹੜੀ ਕਾਲਕ ਹੈ ਫੇਰੀ ਬਾਹਰ ਜਾਏਗੀ। ਗੁਰੂ ਘਰ ਦੇ ਸੇਵਾ ਤੋਂ ਈਰਖਾ, ਗੁਰੂ ਘਰ ਦੇ ਭਾਂਡਿਆਂ ਤੋਂ ਜੇ ਜੂਠ ਸਾਡੇ ਬਸਤਰਾਂ ਤੇ ਪੈ ਜਾਏ, ਆਪਾਂ ਨਾਲ ਦੀ ਨਾਲ ਧੋਣਾ ਕਰਦੇ ਹਾਂ ਵੀ ਆਹ ਕੀ ਹੋ ਗਿਆ, ਸਾਡੇ ਤੇ ਜੂਠ ਪੈ ਗਈ, ਸਾਡੇ ਤੇ ਕਾਲਸ ਪੈ ਗਈ। ਗੁਰਦੇਵ ਜੀ ਕਹਿੰਦੇ, ਤੂੰ ਹੀ ਕਹਿੰਦਾ ਸੀ ਗੁਰਦੇਵ ਤੇਰੀ ਤਨ ਨਾਲ ਸੇਵਾ ਕਰਾਂਗਾ। ਕੱਪੜਿਆਂ ਨੂੰ ਧੋ ਲੱਗਿਆ, ਨਾਲ ਦੀ ਨਾਲ ਬਦਲ ਗਿਆ। ਖੈਰ, ਆ ਹੁੰਦੀ ਹੈ ਤਨ ਦੀ ਸੇਵਾ। ਤਨ ਦੀ ਸੇਵਾ ਕਰਦੇ ਕਰਦੇ ਆਪਾਂ ਸੁਧ ਵੀ ਭਾਈ ਮੀਆਂ ਭੁੱਲ ਗਏ। ਉੱਥੋਂ ਇਹਨਾਂ ਦਾ ਨਾਮ ਬਦਲ ਕੇ ਪਰਤ ਕੇ ਰਾਮਦੇਵ ਤੋਂ ਗੁਰੂ ਤੇਗ ਬਹਾਦਰ ਨੇ ਮੀਆਂ ਕਰ ਦਿੱਤਾ ਸੀ। ਲੰਮੇ ਸਮੇਂ ਤੱਕ ਗਾਗਰ ਸਿਰ ਤੇ ਚੱਕ ਚੱਕ ਕੇ ਸਿਰ ਤੇ ਹੋ ਗਏ ਜ਼ਖਮ। ਆਹ ਬੇਨਤੀ ਸ਼ਾਇਦ ਪਹਿਲਾਂ ਵੀ ਕੀਤੀ ਹੋਈ ਹੈ। ਸਿਰ ਤੇ ਹੋ ਗਏ ਜ਼ਖਮ, ਪਾਸੇ ਜਾ ਕੇ ਓਲੇ ਵਿੱਚ ਬਹਿ ਕੇ ਵੀ ਪਤਾ ਵੀ ਨਾ ਲੱਗੇ। ਦਸਤਾਰ ਖੋਲੀ ਹੈ ਤੇ ਸਿਰ ਤੇ ਜ਼ਖਮਾਂ ਦੇ ਕਾਰਨ ਜੋ ਕੇਸ ਸਾਨੂੰ ਜੁੜ ਗਏ। ਭਾਈ ਮੀਆਂ ਜੀ ਪਾਸੇ ਬਹਿ ਕੇ ਵਾਹਿਗੁਰੂ ਵਾਹਿਗੁਰੂ ਕਹਿੰਦੇ ਹੋਏ ਕੇਸਾਂ ਨੂੰ ਅਲੱਗ-ਅਲੱਗ ਕਰਦੇ ਨੇ। ਇਧਰੋਂ ਹੁਣ ਮਾਤਾ ਜੀ ਦਾ ਦੇਖਣਾ ਹੋ ਗਿਆ। ਮਾਤਾ ਨਾਨਕੀ ਜੀ ਨੇ ਦੇਖ ਕੇ ਸਿੱਧੇ ਗੁਰੂ ਤੇਗ ਬਹਾਦਰ ਸਾਹਿਬ ਕੋਲੇ ਗਏ ਨੇ। ਕਹਿਣ ਲੱਗੇ, ਗੁਰੂ ਜੀ ਤੁਹਾਨੂੰ ਪਤਾ ਹੈ ਰਾਮਦੇਵ ਜੀ ਨਿਰੰਤਰ ਸੇਵਾ ਤਾਂ ਕਰਦੇ ਨੇ, ਜਿਨ੍ਹਾਂ ਨੂੰ ਤੁਸੀਂ ਪਰਤ ਕੇ ਨਾਮ ਮੀਆਂ ਰੱਖਿਆ ਹੈ। ਕਦੇ ਉਸ ਮੀਆਂ ਦੇ ਜਿਹੜਾ ਸਿਰ ਹੈ ਉਹ ਦਸਤਾਰ ਖੁਲਵਾ ਕੇ ਦੇਖਿਆ? ਕਦੇ ਉਸ ਦੇ ਸਿਰ ਦਾ ਹਾਲ ਕੀ ਹੈ? ਤੇ ਕਹਿਣ ਲੱਗੇ, ਮਾਤਾ ਮੀਆਂ ਨੂੰ ਪੁੱਛੀ ਤਾਂ ਸਹੀ, ਜੋ ਮੀਆਂ ਤਨ ਨਾਲ ਸੇਵਾ ਨਿਭਾਉਂਦਾ ਪਿਆ, ਜੋ ਉਸ ਦਾ ਜ਼ਖਮ ਹੈ, ਕਦੇ ਉਸ ਦੇ ਜ਼ਖਮ ਦੀ ਉਸ ਨੂੰ ਪੀੜਾ ਹੋਈ ਹੈ? ਉਹਨੇ ਨੂੰ ਭਾਈ ਮੀਆਂ ਦਸਤਾਰ ਸਜਾ ਕੇ ਪਹੁੰਚਿਆ ਤੇ ਮਾਤਾ ਜੀ ਨੇ ਖੈਰ ਪੁੱਛਿਆ। ਕਹਿਣ ਲੱਗੇ, ਦੱਸ ਖਾਂ ਪੀੜਾ? ਕਹਿਣ ਲੱਗੇ, ਨਹੀਂ ਮਾਤਾ ਜ਼ਖਮ ਤਾਂ ਹੈ, ਉਹ ਦੱਸਣਾ ਨਹੀਂ ਸੀ ਗੁਰਦੇਵ ਨੂੰ, ਤੁਸੀਂ ਦੱਸ ਦਿੱਤਾ, ਪਰ ਪੀੜਾ ਕਦੇ ਨਹੀਂ ਹੋਈ। ਗੁਰੂ ਤੇਗ ਬਹਾਦਰ ਸਾਹਿਬ ਕਹਿਣ ਲੱਗੇ, ਕਰਦਾ ਹੈ ਮਾਂ, ਪਰ ਇਹਦੀ ਪੀੜਾ ਮੈਨੂੰ ਹੁੰਦੀ ਪਈ ਹੈ। ਉਸ ਤੋਂ ਬਾਅਦ ਗੁਰਦੇਵ ਨੇ ਕਿਰਪਾ ਕੀਤੀ। ਕਹਿਣ ਲੱਗੇ, ਭਾਈ ਮੀਆਂ ਅੱਜ ਤੋਂ ਬਾਅਦ ਤੂੰ ਇਸ ਤਪਦੀ ਰੇਤ ਨੂੰ ਪਾਣੀ ਦਾ ਛਿੜਕਾਵ ਕਰਕੇ ਠਾਰਿਆ ਹੈ। ਅੱਜ ਤੋਂ ਬਾਅਦ ਬਾਬੇ ਨਾਨਕ ਦੇ ਬਾਣੀ ਦਾ ਪਾਣੀ ਲੈ ਕੇ, ਸ਼ਬਦ ਲੈ ਕੇ ਮਚਦੇ ਹੋਇਆਂ ਹਿਰਦਿਆਂ ਨੂੰ ਵੀ ਐਂ ਠਾਰੀ ਜਿਵੇਂ ਧਮਧਾਨ ਦੀ ਧਰਤੀ ਨੂੰ ਠਾਰਿਆ ਹੈ। ਗੁਰਦੇਵ ਨੇ ਬਖਸ਼ਿਸ਼ਾਂ ਕੀਤੀਆਂ, ਇੱਕ ਦੱਖਣੀ ਬਲਦ, ਇੱਕ ਨਗਾੜਾ, ਇੱਕ ਪੋਥੀ ਦਿੰਦੇ ਹੋਏ ਕਿਹਾ, ਲਖਨਊ ਦੀ ਧਰਤੀ ਨੂੰ ਚਲੇ ਜਾਓ, ਉੱਥੇ ਜਾ ਕੇ ਪ੍ਰਚਾਰ ਕਰੋ। ਸਤ ਬਚਨ ਕਹਿੰਦੇ ਹੋਏ ਲੈ ਕੇ ਗੁਰੂ ਦੀਆਂ ਬਖਸ਼ਿਸ਼ਾਂ ਆ ਲਖਨਊ ਵੱਲ ਭਾਈ ਮੀਆਂ ਚਲਾ ਗਿਆ। ਉੱਥੇ ਇਹਨਾਂ ਨੇ ਗੁਰੂ ਨਾਨਕ ਦੀ ਬਾਣੀ ਦਾ ਬੜਾ ਹੀ ਪ੍ਰਚਾਰ ਕਰਿਆ। ਸਮਾਂ ਜਦੋਂ ਤਬਦੀਲ ਹੋਇਆ, ਤਖਤ ਤੇ ਆਏ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੇ ਗੁਰੂ ਸਾਹਿਬ ਵਿਰਾਜਮਾਨ ਨੇ। ਉਸ ਸਮੇਂ ਦੇ ਦਰਮਿਆਨ ਹੀ ਭਾਈ ਮੀਆਂ ਦਾ ਆਉਣਾ ਹੋ ਗਿਆ। ਭਾਈ ਮੀਆਂ ਦਾ ਆਉਣਾ ਹੋਇਆ। ਇੱਥੇ ਹੁਣ ਦਰਬਾਰ 'ਚ ਕੀਰਤਨ ਹੁੰਦਾ ਹੈ, ਪਾਠ ਹੁੰਦਾ ਹੈ, ਤੇ ਭਾਈ ਮੀਆਂ ਜਦੋਂ ਦੂਰੋਂ ਆਇਆ, ਨਗਾਰਾ ਖੜਕਾਉਂਦਾ ਆਵੇ, ਨਗਾਰਾ ਖੜਕਾਉਂਦਾ ਆਵੇ। ਤੇ ਇੱਧਰ ਗੁਰੂ ਗੋਬਿੰਦ ਸਿੰਘ ਨੇ ਪੁੱਛਿਆ, ਕਹਿਣ ਲੱਗੇ, ਸਿੱਖੋ ਦੱਸੋ ਤਾਂ ਸਹੀ ਆ ਕੌਣ ਹੈ? ਕੀਰਤਨ ਦੇ ਵੇਲੇ ਆ ਸ਼ੋਰ ਸ਼ਰਾਬਾ ਕੈਸਾ? ਪੁਰਾਤਨ ਸਿੱਖਾਂ ਨੇ ਉੱਥੇ ਆਖਿਆ। ਕਹਿਣ ਲੱਗੇ, ਗੁਰੂ ਜੀ ਆ ਰਾਮਦੇਵ ਹੈ ਭਾਈ ਮੀਆਂ, ਉਹ ਆਈ ਜਾਂਦਾ ਤੇ ਉਹ ਨਗਾਰਾ ਖੜਕਾਉਂਦਾ ਹੈ।
ਤੇ ਇਧਰੋਂ ਗੁਰੂਦੇਵ ਕਹਿਣ ਲੱਗੇ ਐਂ ਕਰੋ, ਇਸ ਦਾ ਨਗਾੜਾ, ਇਸ ਦਾ ਬਲਦ, ਇਸ ਦਾ ਨਿਸ਼ਾਨ ਸਭ ਖੋਲੋ। ਤੇ ਸਿੱਖਾਂ ਨੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਭਾਈ ਮੀਆਂ ਤੋਂ ਖੋਲੇ ਤੇ ਆ ਕੇ ਗੁਰੂਦੇਵ ਨੂੰ ਸੀ ਵੀ ਦੇਖੀਏ ਇਹਦੇ 'ਚ ਟਿਕਾ ਕਿੰਨਾ ਕੁ। ਅਸਲ ਵਿੱਚ ਸਿੱਖਾਂ ਵਿੱਚ ਜੇ ਟਿਕਾ ਹੈ, ਅਸਲ ਵਿੱਚ ਸਿੱਖ ਵਿੱਚ ਪੂਰਨ ਤਰੀਕੇ ਨਾਲ ਹੈ ਹੀ ਉਹ ਟਿਕਾ ਜ਼ਰੂਰੀ ਹੋਣਾ ਚਾਹੀਦਾ, ਨਿੱਕੀ ਜੀ ਗੱਲ ਤੋਂ ਗੁੱਸਾ ਨਹੀਂ। ਤੇ ਹੁਣ ਖੋ ਸਾਰਾ ਕੁਝ ਲਏ, ਸਿੱਖਾਂ ਦੇ ਮਨ ਵਿੱਚ ਹੋ ਗਿਆ ਬਈ ਜਿਹਦੇ ਤੋਂ ਆਉਂਦੇ ਆ ਸਾਰੀ ਉਹਦਾ ਸਾਜੋ ਸਮਾਨ ਖੋਹ ਲਿੱਤਾ ਜਾਏ, ਫਿਰ ਉਹਦੇ ਮਨ 'ਚ ਹੁੰਦਾ ਕੀ ਹੋਵੇਗਾ। ਤੇ ਗੁਰਦੇਵ ਦੇ ਚਰਨਾਂ 'ਚ ਆ ਕੇ ਮੱਥਾ ਟੇਕਿਆ, ਚਰਨਾਂ 'ਚ ਹੀ ਬਹਿ ਗਿਆ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ, ਭਾਈ ਮੀਆਂ ਦੱਸ ਕਾਂ ਕਿੱਥੇ ਤੇਰਾ ਬਲਦ, ਕਿੱਥੇ ਨਿਸ਼ਾਨ ਸਾਹਿਬ ਤੇ ਕਿੱਥੇ ਨਗਾਰਾ। ਤੇ ਹੱਥ ਜੋੜ ਕੇ ਕਹਿਣ ਲੱਗਿਆ, ਗੁਰਦੇਵ ਤੁਸੀਂ ਉਹੀ ਦਿੱਤੇ, ਤੁਸੀਂ ਉਹੀ ਲੈ ਲਏ, ਮੇਰਾ ਇਹਦੇ 'ਚ ਕੀ ਜ਼ੋਰ ਸੀ। ਤੇਰੀਆਂ ਦਿੱਤੀਆਂ ਦਾਤਾਂ ਨੇ, ਤੇਰਾ ਦਿੱਤਾ ਹੋਇਆ ਹੀ ਜੇ ਤੂੰ ਮੋੜ ਕੇ ਲੈ ਲਵੇਂ, ਮੇਰਾ ਕੀ ਲਾਂਭਾ ਹੈ, ਮੇਰਾ ਤਾਂ ਕੋਈ ਲਾਂਭਾ ਹੀ ਨਹੀਂ ਨਾ। ਗੁਰਦੇਵ ਜੀ ਉਹਦੀ ਨਿਮਰਤਾ ਵੱਲ ਤੱਕਦੇ ਹੋਏ ਕਹਿਣ ਲੱਗੇ, ਦੇ ਦਿਓ ਇਹਨੂੰ ਸਭ ਕੁਝ, ਨਗਾਰਾ ਵੀ ਦਿਓ, ਇਹਦਾ ਬਲਦ ਵੀ ਵਾਪਸ ਮੋੜ ਦਿਓ। ਤੇ ਗੁਰਦੇਵ ਨੇ ਬਖਸ਼ਿਸ਼ ਕਰਕੇ ਆਪਣੇ ਸਿਰ ਦੀ ਅੱਧੀ ਦਸਤਾਰ ਉਹ ਭਾਈ ਮੀਆਂ ਨੂੰ ਦਿੱਤੀ ਤੇ ਕਹਿਣ ਲੱਗੇ, ਜਾ ਭਾਈ ਮੀਆਂ ਗੁਰੂ ਨਾਨਕ ਸਾਹਿਬ ਦੇ ਪ੍ਰਚਾਰ ਨੂੰ ਹੋਰ ਅੱਗੇ ਵਧਾ। ਹੁਣ ਇੱਧਰ ਦੇਖੋ, ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਕਿਰਪਾ ਕੀਤੀ ਹੋਈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਿੱਖਾਂ ਦੇ ਵਿੱਚ ਉਹੀ ਸੇਵਾ ਤੱਕਦੇ ਨੇ, ਕਿਉਂਕਿ ਪ੍ਰਸੰਗ ਚੱਲ ਰਿਹਾ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ। ਇਧਰੋਂ ਹੁਣ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, ਕਿਉਂਕਿ ਭਾਈ ਮੀਆਂ ਦੀ ਅਰਜ਼ ਕਰਨੀ ਜ਼ਰੂਰੀ ਸੀ, ਤੇ ਇਸ ਸਮੇਂ ਦੇ ਦਰਮਿਆਨ ਹੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਹੁਣ ਸਨਾਮ ਦੇ ਲਾਗੇ ਹੈ ਪਿੰਡ ਇੱਕ ਗੰਢੂਆਂ, ਉੱਥੋਂ ਦਾ ਇੱਕ ਸਿੱਖ ਹੋਇਆ ਹੈ। ਤੇ ਉਹ ਸਿੱਖ ਜੋ ਸੀ ਗੁਰੂ ਹਰਗੋਬਿੰਦ ਰਾਏ ਸਾਹਿਬ ਜੀ ਮਹਾਰਾਜ ਵੇਲੇ ਅੰਮ੍ਰਿਤਸਰ ਦੀ ਜੰਗ ਵੇਲੇ ਜੂਝਿਆ ਸੀ। ਆਹ ਪ੍ਰਸੰਗ ਵਿਚਾਰ ਰੰਚਕ ਮਾਤਰ ਮੈਂ ਅਰਜ਼ ਕਰਦੇ ਹਾਂ। ਆਹ ਸਿੱਖ ਜਦੋਂ, ਹੋਰ ਵੀ ਸਿੱਖ ਨੇ ਕਈ ਸ਼ਹੀਦ ਹੋ ਗਏ ਤੇ ਕਈ ਹਰਗੋਬਿੰਦ ਰਾਏ ਸਾਹਿਬ ਜੀ ਦੇ ਦੇਖਦਿਆਂ ਉੱਥੇ ਜ਼ਖਮੀ ਸਨ। ਉਸ ਦੇ ਵਿੱਚ ਹੀ ਇੱਕ ਸਿੱਖ ਸੀ, ਥੋੜਾ ਥੋੜਾ ਰੋਕ ਕੇ ਸਾਹ ਚੱਲਦਾ ਸੀ। ਗੁਰਦੇਵ ਗਏ, ਸਿਰ ਚੱਕਿਆ, ਸੀਸ ਚੱਕਿਆ, ਝੋਲੀ ਵਿੱਚ ਲਿਆ। ਗੁਰੂ ਹਰਗੋਬਿੰਦ ਰਾਏ ਸਾਹਿਬ ਜੀ ਮਹਾਰਾਜ ਨੇ ਸਮਝਣ ਦਾ ਯਤਨ ਕਰਨਾ, ਇਸ ਦੇ ਵਿੱਚ ਧਿਆਨ ਬਹੁਤ ਜ਼ਰੂਰੀ ਹੈ, ਪਤਾ ਫਿਰ ਲੱਗੇਗਾ ਸਾਖੀ ਕਿੱਥੇ। ਹਰਗੋਬਿੰਦ ਰਾਏ ਸਾਹਿਬ ਜੀ ਮਹਾਰਾਜ ਨੇ ਸਿਰ 'ਚ ਲੈ ਲਿਆ, ਸਿਰ ਝੋਲੀ ਵਿੱਚ ਲੈਂਦੇ ਨੇ ਜਦੋਂ, ਤੇ ਗੁਰਦੇਵ ਅੱਗੇ ਬੇਨਤੀ ਕਰਦਾ ਹੈ ਤੇ ਗੁਰਦੇਵ ਇਹਨੂੰ ਬਚਨ ਕਰਦੇ ਨੇ, ਬੋਲ ਦੱਸ ਸਿੱਖਾ ਕੀ ਚਾਹੀਦਾ ਹੈ। ਤੇ ਬੇਨਤੀ ਕੀਤੀ, ਗੁਰਦੇਵ ਜਦੋਂ ਮੈਂ ਪ੍ਰਭਪੁਰ ਪਿਆਨਾ ਕਰਾਂ, ਜਦੋਂ ਇਹ ਸਰੀਰ ਨੂੰ ਛੱਡ ਕੇ ਜਾਵਾਂ, ਤੇਰੀ ਝੋਲੀ ਹੋਵੇ, ਤੇਰੀ ਗੋਦ ਹੋਵੇ ਤੇ ਮੇਰਾ ਸਿਰ ਹੋਵੇ। ਤੇ ਸਿੱਖ ਨੂੰ ਇੰਝ ਹੀ ਪ੍ਰਤੀਤ ਸੀ ਵੀ ਕਿਤੇ ਮੇਰਾ ਅੰਤਿਮ ਸਮਾਂ ਆ ਗਿਆ, ਕਿਤੇ ਮੈਂ ਚਲਾਣਾ ਕਰਨਾ ਹੈ। ਤੇ ਹਰਗੋਬਿੰਦ ਰਾਏ ਸਾਹਿਬ ਨੇ ਬਚਨ ਕੀਤੇ, ਕਹਿਣ ਲੱਗੇ, ਨਾ ਸਿੱਖਾ ਤੁਸਾਂ ਨਹੀਂ ਜਾਣਾ, ਤੁਸੀਂ ਹਜੇ ਕਈ ਦਹਾਕੇ ਉਮਰ ਭੋਗਣੀ ਹੈ। ਤੁਹਾਡੇ ਤੋਂ ਪਹਿਲਾਂ ਹਰਗੋਬਿੰਦ ਨੂੰ ਪ੍ਰਭਪੁਰ ਪਿਆਨਾ ਕਰਨਾ ਹੈ। ਤੇ ਬੇਨਤੀ ਕੀਤੀ, ਸਤਿਗੁਰੂ ਪ੍ਰਭਪੁਰ ਪਿਆਨਾ ਕਰੋਗੇ, ਮੇਰੀ ਉਮਰ ਆਰਬਲਾ ਤੁਹਾਡੇ ਤੋਂ ਕਈ ਦਹਾਕੇ ਅੱਗੇ ਹੈ, ਬਸ ਮੇਰੇ ਤੇ ਇੰਨੀ ਕਿਰਪਾ ਕਰ ਦਿਓ, ਜਦੋਂ ਮੈਂ ਸਰੀਰ ਨੂੰ ਤਿਆਗਾਂ ਉਦੋਂ ਸਤਿਗੁਰੂ ਤੁਹਾਡੀ ਝੋਲੀ ਹੋਵੇ। ਤੇ ਬਚਨ ਕੀਤਾ। ਗੁਰਦੇਵ ਕਹਿਣ ਲੱਗੇ, ਕਿਸੇ ਜਾਮੇ ਵਿੱਚ ਹੋਈਏ, ਅਸੀਂ ਤੁਹਾਡਾ ਅੰਤਮ ਸਮਾਂ ਸੰਭਾਲ ਲਵਾਂਗੇ। ਕਹਿਣ ਲੱਗੇ, ਗੁਰੂ ਜੀ
ਸੰਭਾਲ ਤਾਂ ਲਓਗੇ, ਮੇਰੇ ਵਿੱਚ ਇੰਨੀ ਗਿਆਤਾ ਨਹੀਂ, ਤੁਹਾਨੂੰ ਮੈਂ ਅਗਲੇ ਜਾਮੇ ਵਿੱਚ ਪਛਾਣ ਲਵਾਂ। ਗੁਰਦੇਵ ਕਹਿਣ ਲੱਗੇ, ਇੰਨੀ ਸੋਝੀ ਦਿੱਤੀ ਤੈਨੂੰ, ਅੰਤਮ ਸਮਾਂ ਵੇਲੇ ਪਤਾ ਲੱਗ ਜਾਏਗਾ। ਪਰ ਪਿਆਰੇ, ਉਦਣ ਤੇਰੇ ਦਰ ਦੇ ਜਿਹੜੇ ਘਰ ਦੇ ਬੂਹੇ ਨੇ, ਦਰ ਨੇ, ਉਹਨਾਂ ਨੂੰ ਬੰਦ ਨਾ ਕਰੀ, ਅਸੀਂ ਆਪੇ ਆ ਕੇ ਸੰਭਾਲ ਲਵਾਂਗੇ। ਹੁਣ ਸਮਾਂ ਹਰਿਰਾਏ ਸਾਹਿਬ, ਹਰਿਕ੍ਰਿਸ਼ਨ ਸਾਹਿਬ, ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਆ ਗਿਆ। ਅਰਜ਼ ਜੋ ਕਰਨੀ ਹੈ, ਸਮਾਂ ਆ ਗਿਆ ਗੁਰੂ ਤੇਗ ਬਹਾਦਰ ਦਾ। ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਵਿਰਾਜਮਾਨ ਹੋਏ। ਛੇਵੇਂ ਪਾਤਸ਼ਾਹ ਜੀ ਦਾ ਬਚਨ ਕੀਤਾ ਹੋਇਆ ਨੌਵੇਂ ਪਾਤਸ਼ਾਹ ਨਿਭਾਉਂਦੇ ਨੇ। ਤੇ ਇੱਧਰੋਂ ਜੋ ਸਿੱਦਕੀ ਸਿੱਖ ਸੀ, ਸਮਾਂ ਆ ਗਿਆ, ਘਰਦਿਆਂ ਨੂੰ ਕਿਹਾ ਅੱਜ ਰਾਤ ਨੂੰ ਦਰਵਾਜ਼ੇ ਬੰਦ ਨਾ ਕੀਤੇ ਜਾਣ, ਅੰਮ੍ਰਿਤ ਵੇਲੇ ਮੈਂ ਸਰੀਰ ਤਿਆਗਣਾ ਹੈ ਨਿਤਨੇਮ ਤੋਂ ਬਾਅਦ। ਤੇ ਘਰਦਿਆਂ ਨੇ ਕੀਤਾ, ਨਿਤਨੇਮ ਹੋਇਆ। ਇਸ ਸਿੱਦਕੀ ਸਿੱਖ ਨੇ ਇਸ਼ਨਾਨ ਕੀਤਾ। ਇਸ਼ਨਾਨ ਕਰਕੇ ਹੁਣ ਲੇਟ ਗਿਆ। ਤੇ ਹੋਰ ਜਿਹੜੇ ਪਰਿਵਾਰ ਵਾਲੇ ਨੇ ਆਲੇ ਦੁਆਲੇ ਬੈਠੇ ਨੇ ਤੇ ਬੂਹਾ ਖੁੱਲਾ ਹੈ। ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਪਹੁੰਚੇ, ਘੋੜੇ ਸਮੇਤ ਪਹੁੰਚ ਗਏ। ਸਿੱਖਾਂ ਪੁੱਛਿਆ, ਗੁਰੂਦੇਵ ਇੱਧਰ ਕਿੱਧਰ? ਤੇ ਗੁਰੂਦੇਵ ਨੇ ਬਚਨ ਕੀਤਾ, ਛੇਵੇਂ ਜਾਮੇ ਵੇਲੇ ਬਚਨ ਕੀਤੇ ਸੀ, ਘਰ ਨਾਉ ਨਿਦ ਆਵੈ ਧਾਏ, ਗੁਰੂ ਤੇਗ ਬਹਾਦਰ ਸਿਮਰਿਐ, ਘਰ ਨਾਉ ਨਿਦ ਆਵੈ ਧਾਏ। ਸਿਮਰਿਆ ਹੈ ਜਿਨ੍ਹਾਂ ਨੇ। ਸਿਮਰੋ ਹਰ ਗੋਬਿੰਦ ਨੂੰ। ਉਦੋਂ ਸਮਾਂ ਨਹੀਂ, ਕਹਿਣ ਲੱਗੇ ਨੌਵੇਂ ਜਾਮੇ ਜੋ ਸੰਭਾਲ ਲਊਂਗਾ, ਸਿੱਖਾਂ ਤੇਰੀ ਬੇਨਤੀ ਵਿਅਰਥ ਨਹੀਂ ਜਾਣ ਦਿੰਦਾ, ਆਵਾਂਗਾ ਜ਼ਰੂਰ। ਤੇ ਸਿੱਖਾਂ ਸਮਝਿਆ ਵੀ ਧੰਨ ਗੁਰਦੇਵ, ਤੁਹਾਡੀ ਕਮਾਈ, ਤੁਹਾਡੀ ਸੁਰਤੀ ਬਿਰਤੀ ਤੁਸੀਂ ਹੀ ਜਾਣਦੇ ਹੋ। ਜਦੋਂ ਕਿਹਾ ਭਾਈ ਸਿੱਖਾ ਪਹੁੰਚ ਗਏ ਆ, ਝੋਲੀ ਵਿੱਚ ਸਿਰ ਲੈ ਲਿਆ। ਕਹਿਣ ਲੱਗੇ ਉਦੋਂ ਵੀ ਪੁੱਛਿਆ ਸੀ ਤੈਨੂੰ ਮੰਗ ਕੀ ਮੰਗਣਾ ਹੈ, ਹੁਣ ਵੀ ਆ ਗਏ, ਦੱਸ ਸਿੱਖਾ ਮੰਗ ਕੀ ਮੰਗਣਾ ਹੈ। ਕਹਿਣ ਲੱਗੇ ਗੁਰਦੇਵ ਜੀ ਮੰਗਣਾ ਕੁਛ ਨਹੀਂ, ਬਸ ਇੰਨੀ ਕਿਰਪਾ ਕਰ ਦਿਓ, ਹੋਰ ਜੂਨੀ ਵਿੱਚ ਨਹੀਂ। ਮੇਰੀ ਬੇਨਤੀ ਹੈ ਤੁਹਾਡੇ ਚਰਨਾਂ ਦੇ ਵਿੱਚ, ਅੱਜ ਤੋਂ ਬਾਅਦ ਮੈਨੂੰ ਆਪਣੇ ਝੋਲੀ ਅੰਦਰ ਹੀ ਸਮਾ ਲਓ, ਮੈਨੂੰ ਚਰਨਾਂ ਵਿੱਚ ਹੀ ਰੱਖ ਲਓ। ਗੁਰਦੇਵ ਕਹਿਣ ਲੱਗੇ ਭਾਈ ਸਿੱਖਾ ਅੱਖਾਂ ਮੀਚ ਧਿਆਨ ਧਰ ਅਕਾਲ ਪੁਰਖ ਦਾ। ਬਾਕੀ ਜਿਹੜੇ ਵਿਸ਼ੇ ਨੇ ਪਹਿਲਾਂ ਵੀ ਬੇਨਤੀ ਕੀਤੀ ਸੀ, ਜੋ ਅੰਤਮ ਸਮਾਂ ਗੁਰਬਾਣੀ ਕਹਿੰਦੀ ਹੈ, ਜਦੋਂ ਅੰਤਮ ਸਮਾਂ ਜਿਸ ਬੰਦੇ ਦਾ ਜਿਸ ਚੀਜ਼ ਵਿੱਚ ਟਿਕ ਗਿਆ, ਕਹਿਣ ਲੱਗੇ ਉਹ ਉੱਥੇ ਹੀ ਟਿਕ ਕੇ ਰਹਿ ਜਾਂਦਾ ਹੈ। ਤਾਂ ਪੁਰਾਤਨ ਮਨੌਤ ਤੇ ਮਰਿਆਦਾ ਬਣੀ ਹੁੰਦੀ ਹੈ ਹਿੰਦੂ ਮਤ ਵਿੱਚ ਵੀ ਜਦੋਂ ਇਨਸਾਨ ਸਰੀਰ ਤਿਆਗਣ ਲੱਗੇ ਗੀਤਾ ਦਾ ਪਾਠ ਸੁਣਾਓ। ਜਦੋਂ ਸਰੀਰ ਤਿਆਗਣ ਲੱਗੇ ਸੁਖਮਨੀ ਸਾਹਿਬ, ਜਪਜੀ ਸਾਹਿਬ, ਇਹਨਾਂ ਦਾ ਪਾਠ ਸੁਣਾਓ ਵੀ ਬੰਦਿਆ ਸਾਰੀ ਉਮਰ ਜਿਹੜਾ ਕੀਤਾ ਸੋ ਕੀਤਾ, ਛੱਡ ਪਰੇ। ਅੰਤਿਮ ਜਿਹੜਾ ਸਮਾਂ ਹੈ ਸੁਰਤ ਟਿਕਾ ਲਾ ਗੁਰਦੇਵ ਦੇ ਚਰਨਾਂ ਦੇ ਵਿੱਚ। ਜਾਂਦਿਆਂ ਜਾਂਦਿਆਂ ਜੇ ਤੇਰੀ ਸੁਰਤ ਟਿਕ ਗਈ ਤੇ ਉਸ ਦਰ ਘਰ ਦੇ ਮਾਲਕ ਦੀ ਕਿਰਪਾ ਤੇਰੇ ਤੇ ਹੋਏਗੀ, ਤੈਨੂੰ ਮੇਲ ਲਏਗਾ, ਬਖਸ਼ ਦੇਗਾ। ਫਿਰ ਵੀ ਨਾਮਦੇਵ ਜੀ ਦੇ ਬਚਨ ਕਿੱਦੇ ਪੜ੍ਹ ਕੇ ਦੇਖਿਓ, ਉਹਨਾਂ ਦੇ ਬਚਨ ਦੇ ਵਿੱਚ ਉਹਨਾਂ ਨੇ ਸਪਸ਼ਟ ਕੀਤਾ, ਅੰਤ ਕਾਲ ਜੋ ਲక్ష్ਮੀ ਸਿਮਰੈ, ਐਸੀ ਚਿੰਤਾ ਮੇਜੇ ਮਰੈ, ਸਰਪ ਜੋਨ ਵਲ ਵਲ ਅਵਤਰ। ਆਹ ਸ਼ਬਦ ਜ਼ਰੂਰ ਵਿਚਾਰ ਕੇ ਦੇਖਿਓ। ਤੇ ਗੁਰਦੇਵ ਕਹਿਣ ਲੱਗੇ ਭਾਈ ਅੱਖਾਂ ਮੀਚ ਤੇ ਧਿਆਨ ਧਰ ਉਸ ਅਕਾਲ ਪੁਰਖ ਦਾ, ਵਿਸ਼ੇ ਵਿਕਾਰਾਂ ਵੱਲ ਧਿਆਨ ਨਾ ਦੇਈਂ। ਇੱਥੇ ਸਮਝ ਮਿਲਦੀ ਹੈ। ਤੇ ਬੋਲ ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ ਦਾ ਉਪਦੇਸ਼ ਦੇ ਕੇ ਉਹ ਪਿਆਰਾ ਸਿੱਖ ਗੁਰਦੇਵ ਦੇ ਚਰਨਾਂ ਵਿੱਚ ਝੋਲੀ ਵਿੱਚ ਹੀ ਸਮਾ ਗਿਆ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ ਧਿਆਓ ਖਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੂੰ ਸਿੱਖਾ ਬੇਨਤੀ ਕਰ, ਪਹੁੰਚਣਗੇ ਸਿਮਰ ਤੂੰ ਧਿਆ। ਤੇਰੇ ਧਿਆਉਣ ਤੇ ਸਿਮਰਨ ਦੇ ਨਾਲ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਆਪ ਪਹੁੰਚ ਕੇ ਤੇਰੀ ਹੋਈ ਸਹਾਇਤਾ ਕਰਨਗੇ।
ਅੱਜ ਦੀਆਂ ਇੰਨੀਆਂ ਕੁ ਬੇਨਤੀਆਂ ਜੀ ਪ੍ਰਵਾਨ ਕਰੋ। ਗੁਰਦੇਵ ਜੀ ਕਿਰਪਾ ਕਰਦੇ ਅੱਗੇ ਵਰਤਣ, ਆਪ ਹੀ ਸਿਰ ਮਹਿਰ ਭਰਿਆ ਧਰ ਕੇ ਵਿਚਾਰ ਕਰਵਾ ਲੈਣ। ਹੋਈਆਂ ਭੁੱਲਾਂ ਦੀ ਖਿਮਾ, ਗਲਤੀਆਂ ਦੀ ਮਾਫੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।